ਵਗਦੇ ਪਾਣੀਆਂ ਦਾ ਸੰਗੀਤ। ਨਾਈਟਿੰਗੇਲ ਅਕਾਦਮੀ ਦੀ ਸਥਾਪਨਾ 22 ਦਸੰਬਰ 2004 ਨੰਦੀ ਦਾ ਜਨਮ ਦਿਨ ਸੀ। ਅਸੀਂ ਤਾਂ ਸਾਰੇ ਮਾਂ ਨੂੰ ਖੁਸ਼ ਕਰਨ ਲਈ ਉਂਝ ਹੀ ਹਰ ਵੇਲੇ ਕੋਈ ਨਾ ਕੋਈ ਮਤਾ ਪਕਾਈ ਰੱਖਦੇ ਸੀ। ਮੇਰੇ ਬੇਟੇ ਚੈਰੀ ਅਤੇ ਪੈਰੀ ਦੋਵੇਂ ਗੁੜਗਾਉਂ ਨੌਕਰੀ ਤੋਂ ਛੁੱਟੀ ਲੈ ਕੇ ਆ ਰਹੇ ਸਨ। ਉਸ ਦਿਨ ਚੈਰੀ ਦੀ ਪਤਨੀ ਸਾਡੀ ਨੂੰਹ ਰਾਣੀ ਸਾਸ਼ਾ ਸਾਡੇ ਕੋਲ ਪਹਿਲਾਂ ਹੀ ਆਈ ਹੋਈ ਸੀ। ਸਵੇਰ ਤੋਂ ਹੀ ਫੇਰਾ ਟੋਰਾ ਲੱਗਿਆ ਹੋਇਆ ਸੀ। ਕਦੀ ਮਾਂ ਵਾਸਤੇ ਫੁੱਲ ਲੈ ਕੇ ਜਾ ਰਹੇ ਸੀ ਤੇ ਕਦੀ ਕੇਕ। ਸਾਸ਼ਾ ਘਰ ਬਿਊਟੀਸ਼ੀਅਨ ਨੂੰ ਬੁਲਾ ਕੇ ਮਾਂ ਦਾ ਪੂਰਾ ਬਿਊਟੀ ਟ੍ਰੀਟਮੈਂਟ ਕਰਵਾ ਰਹੀ ਸੀ। ਸਰਦੀ ਬਹੁਤ ਸੀ। ਮਾਂ ਨਹਾ ਕੇ ਜਦ ਬਾਹਰ ਆਈ ਤਾਂ ਜਲਦੀ ਨਾਲ ਉਸਨੇ ਦੁੱਧ ਵਿੱਚ ਇੱਕ ਘੁੱਟ ਬਰਾਂਡੀ ਪਾ ਲਿਆ। ਮਾਂ ਦੇ ਮੂੰਹ ਦਾ ਐਕਸਪ੍ਰੈਸ਼ਨ ਕੁਝ ਬਦਲ ਜਿਹਾ ਗਿਆ ਅਤੇ ਇੱਕਦਮ ਵੇਖਦਿਆਂ ਵੇਖਦਿਆਂ ਹੀ ਮਾਂ ਦੀ ਹਾਲਤ ਵਿਗੜ ਗਈ। ਸ਼ਰਨਜੀਤ ਭੱਜ ਕੇ ਆਏ ਅਤੇ ਮਾਂ ਨੂੰ ਕਾਰ ਵਿੱਚ ਬਿਠਾ ਕੇ ਸਭ ਤੋਂ ਨੇੜੇ ਦੇ ਡਾਕਟਰ ਕੋਲ ਲੈ ਗਏ। ਉਸਨੇ ਸਾਨੂੰ ਕਿਹਾ, ਇੱਕਦਮ ਹਸਪਤਾਲ ਲੈ ਜਾਓ, ਪੈਰਾਲਿਸਿਸ ਦਾ ਅਟੈਕ ਹੋ ਗਿਆ ਹੈ, ਸੀਟੀ ਸਕੈਨ ਕਰਨਾ ਜ਼ਰੂਰੀ ਹੈ। ਖੈਰ, ਸਾਡੇ ਤਾਂ ਹੱਥ ਪੈਰ ਫੁੱਲ ਗਏ। ਅਸੀਂ ਮਾਂ ਨੂੰ ਹਸਪਤਾਲ ਲੈ ਗਏ। ਪੰਚਕੂਲਾ ਦੇ ਡਾਕਟਰਾਂ ਨੇ ਕਮਾਲ ਦਾ ਰਿਸਪੌਂਸ ਦਿੱਤਾ। ਉਹਨਾਂ ਝੱਟ ਮਾਂ ਨੂੰ ਹਸਪਤਾਲ ਦੇ VIP ਰੂਮ ਵਿੱਚ ਐਡਮਿਟ ਕਰਕੇ ਇਲਾਜ ਸ਼ੁਰੂ ਕਰ ਦਿੱਤਾ। ਸਾਸ਼ਾ ਅਤੇ ਉਸਦੇ ਮਾਂ-ਪਿਓ ਕਰਨਲ ਅਮਰਜੀਤ ਸਿੰਘ ਰੇਖੀ ਅਤੇ ਕੁੱਕੂ ਜੀ ਹਰ ਵੇਲੇ ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਖੜੇ ਸਨ। ਉਹਨਾਂ ਮਾਂ ਦੀ ਦੇਖਭਾਲ ਵਿੱਚ ਸਾਡਾ ਪੂਰਾ ਸਾਥ ਦਿੱਤਾ। ਸ਼ਾਮ ਨੂੰ ਪੈਰੀ ਚੈਰੀ ਵੀ ਪਹੁੰਚ ਗਏ। ਉਹਨਾਂ ਦੇ ਆਉਣ ਨਾਲ ਸਾਨੂੰ ਦੋਹਾਂ ਨੂੰ ਬੜਾ ਹੌਸਲਾ ਹੋ ਗਿਆ। ਉਹ ਹਫ਼ਤਾ ਪੂਰਾ ਅਸੀਂ ਮਾਂ ਦੀ ਤਿਮਾਰਦਾਰੀ ਵਿੱਚ ਕੋਈ ਕਸਰ ਨਹੀਂ ਛੱਡੀ। ਸਾਸ਼ਾ ਨੇ ਮੈਨੂੰ ਸੁਨੈਣੀ ਦੀ ਗੈਰ ਹਾਜ਼ਰੀ ਬਿਲਕੁਲ ਮਹਿਸੂਸ ਨਹੀਂ ਹੋਣ ਦਿੱਤੀ। 2003 ਵਿੱਚ ਸੁਨੈਣੀ ਤਾਂ ਅਮਰੀਕਾ ਚਲੀ ਗਈ ਸੀ, ਆਪਣੀ ਨਿੱਕੀ ਜਿਹੀ ਰੀਆ ਨੂੰ ਨਾਲ ਲੈ ਕੇ। ਅਮਰੀਕਾ ਵਿੱਚ ਧਰਮ ਨੂੰ ਬੜਾ ਅੱਛਾ ਕੰਮ ਮਿਲ ਗਿਆ ਸੀ। ਉਹ ਉੱਥੇ ਬਹੁਤ ਖੁਸ਼ ਸਨ, ਪਰ ਹਰ ਵੇਲੇ ਆਪਣਾ ਮੁਲਕ ਬਹੁਤ ਯਾਦ ਕਰਦੇ ਰਹਿੰਦੇ ਸਨ। ਮੇਰੀ ਨੂੰਹ ਰਾਣੀ ਸਾਸ਼ਾ ਨੇ ਮਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ। ਮੈਂ ਤਾਂ ਉਹਨੂੰ ਦੁਆਵਾਂ ਦਿੱਤੀਆਂ ਸੀ। ਉਸਨੇ ਮਾਂ ਕੋਲੋਂ ਓੜਕਾਂ ਦੀਆਂ ਅਸੀਸਾਂ ਲਈਆਂ। ਉਦੋਂ ਤੱਕ ਸਾਡੇ ਘਰ ਕੋਈ ਪੋਤਰਾ ਪੋਤਰੀ ਨਹੀਂ ਸੀ ਹੋਇਆ, ਪਰ ਮਾਂ ਦੀਆਂ ਢੇਰਾਂ ਅਸੀਸਾਂ ਸਦਕਾ ਸਾਡਾ ਪੋਤਰਾ ਸਹਿਜਵੀਰ ਸਿੰਘ ਗੁਲੇਰੀਆ ਸਾਨੂੰ ਅਨੇਕਾਂ ਖੁਸ਼ੀਆਂ ਵਰਤਾਉਣ ਆ ਗਿਆ। ਮਾਂ ਨੇ ਸਾਸ਼ਾ ਨੂੰ ਕੋਈ ਟੋਟਕਾ ਵੀ ਦੱਸਿਆ ਸੀ ਜੋ ਉਸਨੇ ਪੂਰਾ ਕੀਤਾ ਸੀ। ਬੜੀ ਅਜੀਬ ਗੱਲ ਲੱਗਦੀ ਹੈ ਕਈ ਵਾਰੀ ਕਿ ਰੱਬ ਕਿਵੇਂ ਕਿਸੇ ਦਾ ਮੇਲ ਕਰਵਾ ਦਿੰਦਾ ਹੈ ਅਤੇ ਫਿਰ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਬਣ ਜਾਂਦਾ ਹੈ। 22 ਅਗਸਤ 1976 ਨੂੰ ਦਾਰਜੀ ਨੂੰ ਦੌਰਾ ਪਿਆ ਸੀ ਅਤੇ 25 ਅਗਸਤ 1976 ਨੂੰ ਉਸੇ ਸਾਲ ਸਾਸ਼ਾ ਦਾ ਜਨਮ ਹੋਇਆ ਸੀ। ਜਿਵੇਂ ਇੱਕ ਰੂਹ ਜਾ ਰਹੀ ਸੀ ਅਤੇ ਦੂਜੇ ਜੀਅ ਨਾਲ ਸਾਡੇ ਲਈ ਉਸਦੀ ਪੂਰਤੀ ਆਪੇ ਹੀ ਰੱਬ ਕਰ ਰਿਹਾ ਸੀ। ਇਉਂ ਦੂਰ ਕਿਸੇ ਪਰਿਵਾਰ ਵਿੱਚ ਜੰਮੀ ਉਹ ਧੀ 2002 ਵਿੱਚ ਨੂੰਹ ਬਣ ਕੇ ਸਾਡੇ ਘਰ ਆ ਗਈ। ਤੇਰੇ ਰੰਗ ਨਿਰਾਲੇ ਰੱਬਾ, ਤੇਰੇ ਰੰਗ ਨਿਰਾਲੇ, ਤੂੰ ਹੀ ਡੋਬੇ ਨਈਆ ਤੇ ਤੂੰ ਹੀ ਆਪ ਸੰਭਾਲੇ। ਸੁਨੈਣੀ ਨੂੰ ਮੈਂ ਬਹੁਤ ਯਾਦ ਕਰਦੀ ਸਾਂ ਅਤੇ ਉਸ ਤੋਂ ਵੀ ਵੱਧ ਉਸਦੀ ਬੇਟੀ ਰੀਆ ਨੂੰ। ਮੇਰੇ ਹੱਥਾਂ ਵਿੱਚ ਹੀ ਜੰਮੀ ਸੀ ਉਹ, ਮੇਰੇ ਜਿਗਰ ਦਾ ਟੁਕੜਾ। ਬੜੀ ਪਿਆਰੀ ਬੱਚੀ। ਸੁਨੈਣੀ ਮੇਰੀ ਪਲੇਠੀ ਧੀ ਹੋਣ ਕਰਕੇ ਮੇਰੀ ਧੀ ਹੀ ਨਹੀਂ, ਮੇਰੀ ਸਹੇਲੀ ਬਣ ਗਈ ਸੀ। ਕਰਨਲ ਸਾਹਿਬ ਤਾਂ ਕਈ ਵਾਰੀ ਦੂਰ ਦੁਰਾਡੇ ਚਲੇ ਜਾਂਦੇ। ਮੈਂ ਤਿੰਨੋਂ ਬੱਚਿਆਂ ਨਾਲ ਹੀ ਬਹੁਤਾ ਸਮਾਂ ਗੁਜ਼ਾਰਿਆ ਸੀ। ਇਸ ਦੌਰਾਨ ਪੈਰੀ ਦੀ ਬਿਮਾਰੀ ਦਾ ਔਖਾ ਵੇਲਾ ਅਸੀਂ ਦੋਵਾਂ ਮਾਵਾਂ ਧੀਆਂ ਨੇ ਰਲ ਕੇ ਕੱਟਿਆ ਸੀ। ਚੈਰੀ ਬਹੁਤ ਛੋਟਾ ਸੀ। ਸੁਨੈਣੀ ਉਸਦੀ ਵੱਡੀ ਭੈਣ ਤਾਂ ਸੀ, ਪਰ ਮਾਂ ਦਾ ਰੋਲ ਵੀ ਅਦਾ ਕਰ ਰਹੀ ਸੀ। ਮੈਨੂੰ ਕਈ ਵਾਰੀ ਪੈਰੀ ਨੂੰ ਲੈ ਕੇ ਹਸਪਤਾਲ ਕਈ ਮਹੀਨੇ ਰਹਿਣਾ ਪੈ ਜਾਂਦਾ ਸੀ ਤਾਂ ਘਰ-ਬਾਰ ਸਾਂਭਣਾ ਔਖਾ ਹੋ ਜਾਂਦਾ ਸੀ। ਸਿਰਫ ਸੁਨੈਣੀ ਹੀ ਮੇਰਾ ਸਾਥ ਦਿੰਦੀ। ਸਕੂਲ ਵੀ ਜਾਂਦੀ ਚੈਰੀ ਨੂੰ ਨਾਲ ਲੈ ਕੇ ਅਤੇ ਘਰ ਆ ਕੇ ਉਸ ਦੀ ਪੜ੍ਹਾਈ ਦਾ ਵੀ ਪੂਰਾ ਖਿਆਲ ਰੱਖਦੀ। ਸ਼ਾਮ ਨੂੰ ਹਸਪਤਾਲ ਵੀ ਆਉਂਦੀ। ਕੋਈ ਚੀਜ਼ ਘਰੋਂ ਲਿਆਉਣੀ ਪੈਂਦੀ, ਪੈਰੀ ਨੂੰ ਖੁਸ਼ ਰੱਖਣ ਵਾਲੀ ਖਾਣ ਪੀਣ ਦੀ ਵਸਤ ਜਾਂ ਵੀਡੀਓ ਗੇਮ ਲੈ ਕੇ ਉਹ ਹਸਪਤਾਲ ਪਹੁੰਚ ਜਾਂਦੀ। ਇਹ ਸਭ ਉਸਦਾ ਰੋਜ਼ ਦਾ ਕੰਮ ਸੀ। ਜਦ ਅਸੀਂ ਹਸਪਤਾਲੋਂ ਘਰ ਵਾਪਸ ਪਰਤਣਾ ਤਾਂ ਭਰਾ ਦੀ ਤਿਮਾਰਦਾਰੀ ਵਿੱਚ ਮੇਰਾ ਹੱਥ ਵਟਾਉਂਦੀ, ਜਿਵੇਂ ਕੋਈ ਨਰਸ ਹੋਵੇ। ਮਾਨੋ ਨਾਈਟਿੰਗੇਲ ਹੀ ਬਣ ਜਾਂਦੀ। ਮੈਨੂੰ ਕਹਿਣਾ, ਮਾਂ ਹੁਣ ਤੁਸੀਂ ਆਰਾਮ ਕਰੋ, ਮੈਂ ਆਪੇ ਪੈਰੀ ਦੀ ਦੇਖਭਾਲ ਕਰ ਲਵਾਂਗੀ। ਘਰ ਦੇ ਕਈ ਮਸਲੇ ਮੇਰੇ ਨਾਲ ਸਾਂਝੇ ਕਰਨੇ। ਜੇ ਮੈਂ ਕਿਤੇ ਸ਼ੋਅ ਉੱਤੇ ਜਾਣਾ ਹੁੰਦਾ ਤਾਂ ਮੈਨੂੰ ਪੂਰਾ ਹੌਸਲਾ ਦਿੰਦੀ, ਤੁਸੀਂ ਜਾਓ, ਸਾਡਾ ਫਿਕਰ ਬਿਲਕੁਲ ਨਾ ਕਰੋ। ਮੈਨੂੰ ਕਦੇ ਇਹ
थुड़ महसूस नहीं होनी सी कि कोई होर सियाणा जी साडे नाल होना चाहिदा। ਧੀਆਂ शायद ਤਾਂ ਹੀ ਮਾਵਾਂ ਦੀਆਂ ਸਾਥਣਾਂ ਬਣ ਜਾਂਦੀਆਂ ਹਨ। ਕਦੋਂ ਉਹ ਇੰਨੀ ਵੱਡੀ ਹੋ ਗਈ ਕਿ ਉਸ ਨੂੰ ਵਿਆਹਣ ਦਾ ਸਮਾਂ ਆ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ। ਮੇਰੇ ਨਾਲ ਕਈ ਵਾਰ ਮੁਲਕ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਗਈ। फैशन डिजाइनिंग विच माहिर हो गई सी। कितने डिप्लोमे करके मेरे कपड़े भी ओहियो डिजाइन करन लग पई सी। बहुत वन सवन्ने सूट बनाउंदी, कई बारी तां बहुत खर्च करवा दिंदी, पर मैं उसनूं सदा प्रोत्साहित ही करदी कि तू बहुत वधिया काम कर रही है। साडे परिवार दी वो मैनेजर ही बन गई सी। कोई सलाह करनी होवे, कित्थे जाना है, कित्थे की खाना है, की पहनना है, यह सब कुछ ओहियो तय करदी। पंचकुला आके घर बनाउण दा चाह मेरे मन विच प्रबल हो गया सी। असीं रल के नक्शा तैयार कीता। सुनैनी ने इंटीरियर डेकोरेशन दा भी कोर्स ते डिप्लोमा कीता होया सी, वो भी बड़ा कारगर साबित होया। असीं घर एक लैवल दा ही बनाउणा चाहुंदे सी कि पैरी नूं व्हील चेयर नाल कोई औखियाई ना होवे। ये निक्का जिहा आंगणा असीं हर चीज़ नूं मद्देनज़र रख के एक निक्का जिहा घर बनाया। खास ओवरबर्नट इट्टां लभ के लियांदियां पूरा घर ब्रिक फिनिश दा रखिया। जिवें दारजी कहंदे सन, एक झोंपड़ी नुमा इट्टां वाला घर होना चाहिदा। फुल बूटियां दा शौक सारे परिवार नूं सी, सो हरियाली सारी कुदरती होवे ही यह सब दा इरादा सी। वड्डे वड्डे फौजी घरां विच छौणियां विच रह के भी वेखिया सी अते फुल्लां दा बगीचा हर थां सजाउण दा माण भी हासिल सी। घर लक्कड़ दा फर्नीचर भी सारा सुनैनी ने ही डिजाइन किया सी। मेरा परिवार हर पासों मेरे हर कदम उत्ते हर वेले मेरे नाल सहमत हुंदा अते मोढे नाल मोढा मिला के चलदा रहा। मैनूं इस गल दा माण है अते मैं रब दा लख लख शुक्र करदी हां कि उन्हें मैनूं अपणियां मेहरां नाल निवाजिया है। मैं कई वारी सोचदी हां, जे परिवार सुखी होवे तुहानूं अपने कित्ते विच पूरा माण मिले, जिथे लोग प्यार नाल मिलन, सत्कार करन, फिर होर की चाहिदा इंसान नूं। ये जद्दोजहद कादे लई है? जितनी देर जिंदगी बाकी है उतनी देर कोई भलाई दा काम करके अपना जीवन नहीं सफल करना चाहिए? की ख्याल है? ये विचार मैं मां नाल उसते पंचकुला आउण ते सांझे कीते। असां दोहां ने फिर रल के एक अकादमी खोलण दा विचार बनाया। 17 फरवरी 2005 विच नाइटिंगेल म्यूजिक अकादमी नूं स्थापित किया अते रजिस्टर करवाया। पूरी जिम्मेवारी मां ने मेरे उत्ते छड़ दित्ती। तू ही सिखावेंगी, तू ही इस नूं सिरे चढ़ावेंगी। उसदियां असीसां नाल अते वाहिगुरू दी मेहर नाल 2005 तो मैं बकायदा वर्कशॉप लगा के हर उम्र के बच्चों नूं हिंदुस्तानी शास्त्रीय संगीत की तालीम जो मैं आप लई सी सिखाउणी शुरू कर दी। गुरु शिष्य परंपरा नाल बच्चे मैनूं गंढा बन के मां सरस्वती नूं मत्था टेक के अभ्यास करदे। इन महसूस होने लग गया कि मेरी सिखलाई किसी काम आ रही है। नॉलेज शेयर्ड इज नॉलेज गेन्ड। दारजी दी गल नूं मैं पूरा करन दी कोशिश विच जुट गई सी। राज पत्थर उत्ते कंपीटिशन करवाए। सारे पंजाब विचों कई 100 बच्चे आए। बहुत टैलेंट छुपिया बैठा है घरां विच, उसनूं उभारन दी लोड़ है। मैं ये चंगी तरह जान लिया सी। बहुत लगन नाल मैं सिक्ख्या देन लग गई ਅਤੇ ਕਦੇ-ਕਦੇ ਮਾਂ ਨੂੰ ਵੀ ਉੱਥੇ ਸਰਪ੍ਰਾਈਜ਼ ਵਿਜ਼ਿਟ ਉੱਤੇ ਲੈ ਕੇ ਆਉਂਦੀ। ਬੜੀ ਖੁਸ਼ ਹੁੰਦੀ ਅਤੇ ਕਈ ਵਾਰ ਮੈਨੂੰ ਲਾਡ ਨਾਲ ਕਹਿੰਦੀ, ਇਹ ਜੋ ਤੂੰ ਕਰ ਰਹੀ ਹੈ ਮੇਰੇ ਵੱਸ ਦੀ ਗੱਲ ਨਹੀਂ ਸੀ, ਅਤੇ ਮੇਰਾ ਮੂੰਹ ਚੁੰਮ ਕੇ ਕਹਿੰਦੀ, ਮਾਂ ਸਦਕੇ। ਵਰਕਸ਼ਾਪ ਦੇ ਸਮਾਪਤ ਹੋਣ ਉੱਤੇ ਸਾਰੇ ਬੱਚੇ ਇੱਕ-ਇੱਕ ਆਈਟਮ ਤਿਆਰ ਕਰਦੇ ਅਤੇ ਫਿਰ ਮੈਂ ਉਹਨਾਂ ਦੀ ਸਟੇਜ ਉੱਤੇ ਪੇਸ਼ਕਾਰੀ ਕਰਵਾਉਂਦੀ। ਕਦੇ ਕਲਾਗ੍ਰਾਮ ਅਤੇ ਕਦੇ ਕਲਾ ਭਵਨ ਚੰਡੀਗੜ੍ਹ। उस नाल बच्चों नूं बड़ा उत्साह मिलता। सब नूं अवार्ड मां दे हत्थों दवाउंदी ताकि वो सदा याद रखन कि वो किस शख्सियत नूं मिले सन अते आशीर्वाद लए सन। तस्वीरां खिंचवा के वो ऑटोग्राफ लैंदे अते खुशी नाल फुल्ले नहीं समाउंदे। ये सब देख के मैनूं बेहद खुशी हुंदी कि मेरी मां खुश है। मैं मां नूं बड़ा हौसला दिता ਅਤੇ ਆਖਿਆ, ਮਾਂ ਤੁਸੀਂ ਬਹੁਤ ਜਲਦੀ ਠੀਕ ਹੋ ਜਾਣਾ ਹੈ, ਫਿਰ ਆਪਾਂ ਦੋਵੇਂ ਅਮਰੀਕਾ ਚੱਲਾਂਗੇ, ਸਾਰਿਆਂ ਨੂੰ ਮਿਲ ਕੇ ਆਵਾਂਗੇ। ਮੈਂ ਘਰ ਵਾਪਸ ਆ ਕੇ ਸਾਰੇ ਡਾਕਟਰਾਂ ਦੀ ਵੱਖੋ-ਵੱਖ ਸਲਾਹ ਲਈ ਤੇ ਮਾਂ ਨੂੰ ਘਰ ਹੀ ਫਿਜ਼ੀਓਥੈਰੇਪੀ ਸ਼ੁਰੂ ਕਰਾਈ ਤੇ ਕੁਝ ਆਪ ਵੀ ਵਰਜਿਸ਼ ਕਰਵਾਉਣੀ ਸ਼ੁਰੂ ਕਰ ਦਿੱਤੀ। ਉਹ 6 ਮਹੀਨਿਆਂ ਵਿੱਚ ਹੀ ਤੁਰਨ ਲੱਗ ਪਈ।
ਉਹ ਮੇਰੇ ਨਾਲ 20 ਜੂਨ 2005 ਨੂੰ ਅਮਰੀਕਾ ਗਈ। ਸਾਰੇ ਬੱਚਿਆਂ ਤੇ ਪਰਿਵਾਰ ਨੂੰ ਮਿਲੀ। ਉਹ ਬਹੁਤ ਖੁਸ਼ ਸੀ ਤੇ ਵਾਪਸੀ ਤੇ ਕਹਿਣ ਲੱਗੀ, ਬਸ ਇਸ ਮੁਲਕ ਵਿੱਚ ਇਹ ਮੇਰੀ ਆਖਰੀ ਵਿਜ਼ਿਟ ਹੈ। ਮੈਂ ਕਿਹਾ, ਇੰਜ ਨਾ ਕਹੋ ਮਾਂ, ਅਸੀਂ ਫੇਰ ਆਵਾਂਗੇ। ਵਾਪਸ ਇੰਡੀਆ ਆ ਕੇ ਦਿਨ ਬ ਦਿਨ ਜ਼ਿੰਦਗੀ ਚਲਦੀ ਜਾ ਰਹੀ ਸੀ। ਲੋਕ ਮਿਲਣ ਵਾਲੇ ਬਹੁਤ ਆਉਂਦੇ ਸਨ। ਕਈ ਇੰਟਰਵਿਊ ਵੀ ਕਰਕੇ ਲੈ ਜਾਂਦੇ, ਪਰ ਮਾਂ ਉਦਾਸ ਜਿਹੀ ਸੀ। ਉਸਨੂੰ ਲੱਗਦਾ ਸੀ ਕਿ ਪੰਜਾਬ ਸਰਕਾਰ ਨੇ ਮੈਨੂੰ ਉਂਝ ਨਹੀਂ ਨਿਵਾਜਿਆ ਜਿਵੇਂ ਮੈਂ ਆਪਣੀ ਜ਼ਿੰਦਗੀ ਪੰਜਾਬ ਅਤੇ ਪੰਜਾਬੀਅਤ ਲਈ ਨਿਛਾਵਰ ਕੀਤੀ ਸੀ। ਮੈਂ ਕਦੀ ਨੀਵੀਂ ਪੱਧਰ ਦੇ ਜਾਂ ਅਸ਼ਲੀਲ ਗੀਤ ਨਹੀਂ ਗਾਏ। ਬੇਸ਼ੁਮਾਰ ਉਸਤਾਦਾਂ ਕੋਲੋਂ ਚੰਗੀਆਂ ਚੀਜ਼ਾਂ ਸਿੱਖ ਕੇ ਪੇਸ਼ ਕੀਤੀਆਂ, ਪਰ ਇਹਨਾਂ ਨੇ ਕਿਉਂ ਮੇਰੀ ਕਦਰ ਨਹੀਂ ਪਾਈ। ਅਕਤੂਬਰ 2005 ਵਿੱਚ ਹੀ ਸਾਨੂੰ ਪਤਾ ਲੱਗਿਆ ਕਿ ਮਾਂ ਦਾ ਨਾਂ ਪਦਮ ਸ਼੍ਰੀ ਅਵਾਰਡ ਵਾਸਤੇ ਨੋਮੀਨੇਟ ਹੋਇਆ ਹੈ। ਅਸੀਂ ਮਾਂ ਦਾ ਇੱਕ ਪੂਰਾ ਲਾਈਫ ਸਕੈਚ ਤਿਆਰ ਕੀਤਾ। ਜਦ ਉਹ ਫਿਰ ਵੈਰੀਫਿਕੇਸ਼ਨ ਲਈ ਘਰ ਆਏ ਤਦ ਅਸੀਂ ਉਹਨਾਂ ਨੂੰ ਸਾਰੀ ਡਿਟੇਲ ਦੇ ਦਿੱਤੀ। ਜਨਵਰੀ ਵਿੱਚ ਹਰਿਆਣਾ ਵੱਲੋਂ ਨੋਮੀਨੇਸ਼ਨ ਪੂਰਾ ਹੋਇਆ ਅਤੇ ਪਦਮ ਸ਼੍ਰੀ ਅਵਾਰਡ ਘੋਸ਼ਿਤ ਕੀਤਾ ਗਿਆ। ਮੈਨੂੰ ਇੰਝ ਲੱਗ ਰਿਹਾ ਸੀ ਕਿ ਉਹ ਕਿਸੇ ਦੀ ਉਡੀਕ ਵਿੱਚ ਜੀ ਰਹੀ ਸੀ, ਇਸੇ ਦੀ ਉਡੀਕ ਵਿੱਚ ਜੀ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਉਹ ਚਮਕ ਘਟਦੀ ਜਾ ਰਹੀ ਸੀ ਜੋ ਮੈਂ ਇਤਨੇ ਸਾਲ ਵੇਖੀ ਸੀ।